ਅੱਜ ਆਓ ਅਸੀਂ ਭਵਿੱਖਬਾਣੀ ਦੀ ਤੂਹਰੀ ਦੇ ਸ਼ਬਦ ਇਸ ਉਪਦੇਸ਼ ਲੇਖ ਨਾਲ ਪਰਮੇਸ਼ਵਰ ਦੇ ਵਚਨ ਨੂੰ ਸਾਂਝਾ ਕਰਨ ਦਾ ਸਮਾਂ ਲਈਏ। ਬਾਈਬਲ ਵਿੱਚ ਪਰਮੇਸ਼ਵਰ ਸਾਨੂੰ ਇਸ ਯੁੱਗ, ਸਾਡੇ ਚਰਚ ਬਾਰੇ ਅਤੇ ਇਹਨਾਂ ਸਭ ਗੱਲਾਂ ਨਾਲ ਜੁੜੀ ਭਵਿੱਖਬਾਣੀਆਂ ਦਿੰਦੇ ਹਨ ਕਿ ਸਾਡੀ ਖੁਸ਼ਖਬਰੀ ਸਾਡੀ ਸਵਰਗ ਦੇ ਸਦੀਪਕ ਰਾਜ ਦੇ ਵੱਲ ਕਿਵੇਂ ਅਗਵਾਈ ਕਰੇਗੀ। ਬਾਈਬਲ ਦਾ ਅਧਿਐਨ ਕਰਦੇ ਹੋਏ ਅਸੀਂ ਪਰਮੇਸ਼ਵਰ ਦੀ ਇਸ ਤਰ੍ਹਾਂ ਦੀ ਅਦਭੁਤ ਪਹਿਲਾਂ ਤੋਂ ਨਿਰਧਾਰਿਤ ਇੱਛਾ ਨੂੰ ਲੱਭ ਸਕਦੇ ਹਾਂ ਜੋ ਭਵਿੱਖਬਾਣੀਆਂ ਦੇ ਦੁਆਰਾ ਸਾਨੂੰ ਉਹਨਾਂ ਸਾਰੇ ਕਦਮਾਂ ਨੂੰ ਦਿਖਾਉਂਦੀ ਹੈ ਜਿਨ੍ਹਾਂ ਨੂੰ ਸਾਨੂੰ ਲੈਣ ਦੀ ਜ਼ਰੂਰਤ ਹੈ। ਕੀ ਇਹੀ ਕਾਰਨ ਨਹੀਂ ਕਿ ਕਿਉਂ ਪਿਤਾ ਨੇ ਕਿਹਾ ਸੈਨਾ ਤੂਰੀ ਦੇ ਸ਼ਬਦ ਤੋਂ ਅੱਗੇ ਵਧਦੀ ਹੈ ਅਤੇ ਵਿਸ਼ਵਾਸ ਦੇ ਸੰਤਾਂ ਨੂੰ ਭਵਿੱਖਬਾਣੀ ਦੇ ਸ਼ਬਦ ਨਾਲ ਅੱਗੇ ਵਧਣਾ ਚਾਹੀਦਾ ਹੈ। ਅਸੀਂ ਸੋਚਣ ਲੱਗਦੇ ਹਾਂ ਕਿਹੜੀ ਭਵਿੱਖਬਾਣੀ ਪੂਰੀ ਹੋ ਰਹੀ ਹੈ ਅਤੇ ਕੀ ਹੈ ਜੋ ਸਾਨੂੰ ਇਸ ਯੁੱਗ ਵਿੱਚ ਕਰਨਾ ਚਾਹੀਦਾ ਹੈ। ਕੋਵਿਡ-19 ਗਲੋਬਲ ਮਹਾਮਾਰੀ ਅਤੇ ਮੌਸਮ ਨਾਲ ਜੁੜੀ ਅਨੇਕ ਵਿਪਤਾਵਾਂ ਦੇ ਵਿੱਚ ਕੀ ਸਾਡਾ ਕੰਮ ਚੁੱਪਚਾਪ ਬੈਠਣਾ ਹੈ ਜਾਂ ਕੀ ਸਾਡਾ ਕੰਮ ਇਸ ਹਾਲਾਤ ਤੋਂ ਬਾਹਰ ਨਿਕਲਣ ਦਾ ਰਾਹ ਲੱਭਣਾ ਨਹੀਂ ਹੈ। ਇਸ ਯੁੱਗ ਵਿੱਚ ਬਾਈਬਲ ਸਾਨੂੰ ਕੀ ਕਰਨ ਨੂੰ ਕਹਿੰਦੀ ਹੈ ਅਤੇ ਸਾਨੂੰ ਕਿਸ ਤਰ੍ਹਾਂ ਦਾ ਮਿਸ਼ਨ ਦਿੱਤਾ ਗਿਆ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਇਹਨਾਂ ਮਾਮਲਿਆਂ ਤੇ ਗੌਰ ਨਾਲ ਵਿਚਾਰ ਕਰੀਏ ਤਾਂ ਜੋ ਅਸੀਂ ਉਹਨਾਂ ਸਾਰੀਆਂ ਵਿਸ਼ੇਸ਼ਤਾਵਾਂ ਨਾਲ ਜੋ ਸਾਡੇ ਵਿੱਚ ਸਦੀਪਕ ਸਵਰਗ ਵਿੱਚ ਪ੍ਰਵੇਸ਼ ਕਰਨ ਵਾਲੇ ਸਵਰਗੀ ਲੋਕਾਂ ਦੇ ਰੂਪ ਵਿੱਚ ਹੋਣੀਆਂ ਚਾਹੀਦੀਆਂ ਹਨ, ਸਾਰੀ ਵਿਧੀਆਂ ਅਤੇ ਵਿਵਸਥਾਵਾਂ ਨੂੰ ਸਿੱਖ ਕੇ ਅਮਲ ਕਰ ਸਕੀਏ। ਤਦ ਆਓ ਅਸੀਂ ਇਹ ਜਾਣਨ ਦੇ ਲਈ ਕਿ ਪਵਿੱਤਰ ਆਤਮਾ ਦੇ ਯੁੱਗ ਵਿੱਚ ਰਹਿਣ ਵਾਲਿਆਂ ਦੇ ਲਈ ਪਰਮੇਸ਼ਵਰ ਨੇ ਕਿਵੇਂ ਭਵਿੱਖਬਾਣੀ ਛੱਡੀ ਹੈ। ਮਰਕੁਸ ਅਧਿਆਇ 16 ਦੇਖੀਏ, ਅਧਿਆਇ 16 ਵਚਨ 15। ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬਤ ਸ੍ਰਿਸ਼ਟ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਜਿਹੜਾ ਨੇਚਾ ਕਰੇ ਅਤੇ ਬਪਤਿਸਮਾ ਲਵੇ ਅਤੇ ਉਹ ਬਚਾਇਆ ਜਾਵੇਗਾ, ਪਰ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ। ਪਰਮੇਸ਼ਵਰ ਹਰੇਕ ਯੁੱਗ ਅਰਥਾਤ ਪਿਤਾ ਦੇ ਯੁੱਗ, ਪੁੱਤਰ ਦੇ ਯੁੱਗ ਅਤੇ ਪਵਿੱਤਰ ਆਤਮਾ ਦੇ ਯੁੱਗ ਵਿੱਚ ਸਾਰੀ ਮਨੁੱਖ ਜਾਤੀ ਨੂੰ ਅਲੱਗ-ਅਲੱਗ ਨਾਮ ਨਾਲ ਮੁਕਤੀ ਦੇ ਰਾਹ ਤੇ ਲੈ ਕੇ ਜਾ ਰਹੇ ਹਨ। ਬਾਈਬਲ ਦੀ ਸਿੱਖਿਆ ਅਨੁਸਾਰ ਅਸੀਂ ਇਹ ਸਿੱਖਿਆ ਅਤੇ ਪੁਸ਼ਟੀ ਕੀਤੀ ਹੈ ਕਿ ਪਵਿੱਤਰ ਆਤਮਾ ਦੇ ਇਸ ਅੰਤਮ ਯੁੱਗ ਵਿੱਚ ਅਸੀਂ ਯੀਸ਼ੂ ਦੇ ਨਵੇਂ ਨਾਮ ਅਰਥਾਤ ਮਸੀਹ ਅਨਸੰਗ ਜੀ ਦੇ ਨਾਮ ਨਾਲ ਮੁਕਤੀ ਪਾਉਂਦੇ ਹਾਂ। ਜੋ ਨੇਚਾ ਕਰੇ ਅਤੇ ਬਪਤਿਸਮਾ ਲਵੇ ਉਸ ਨੂੰ ਮੁਕਤੀ ਮਿਲੇਗੀ, ਪਰ ਜੋ ਨੇਚਾ ਨਾ ਕਰੇਗਾ ਉਹ ਦੋਸ਼ੀ ਠਹਿਰਾਇਆ ਜਾਵੇਗਾ। ਬਾਈਬਲ ਭਵਿੱਖਬਾਣੀ ਕਰਦੀ ਹੈ ਕਿ ਜੋ ਨਵੇਂ ਨਾਮ ਤੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਦੇ ਲਈ ਸਜ਼ਾ ਉਡੀਕ ਕਰ ਰਹੀ ਹੈ। ਜਿਸ ਖੁਸ਼ਖਬਰੀ ਤੇ ਅਸੀਂ ਪਵਿੱਤਰ ਆਤਮਾ ਦੇ ਯੁੱਗ ਵਿੱਚ ਵਿਸ਼ਵਾਸ ਕਰਦੇ ਹਾਂ ਉਹ ਕਿੱਥੋਂ ਤੱਕ ਪ੍ਰਚਾਰ ਕੀਤੀ ਜਾਵੇਗੀ? ਕਿ ਉਹ ਕੁਝ ਹੀ ਦੇਸ਼ਾਂ ਵਿੱਚ ਪ੍ਰਚਾਰ ਕੀਤੇ ਜਾਣ ਤੋਂ ਬਾਅਦ ਰੁਕੇਗੀ ਜਾਂ ਇਸ ਦਾ ਪ੍ਰਚਾਰ ਅੰਤ ਤੱਕ ਕੀਤਾ ਜਾਵੇਗਾ? ਆਓ ਅਸੀਂ ਰੋਮੀਆਂ ਅਧਿਆਇ 10 ਵਿੱਚ ਲਿਖੀ ਭਵਿੱਖਬਾਣੀ ਦੀ ਤੂਰੀ ਦੇ ਸ਼ਬਦ ਦੇਖੀਏ। ਵਚਨ 17, ਸੋ ਪ੍ਰਤੀਤ ਸੁਣਨ ਨਾਲ ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ, ਪਰ ਮੈਂ ਆਖਦਾ ਹੈ ਭਲਾ ਉਹਨਾਂ ਨੇ ਨਾ ਸੁਣਿਆ। ਬੇਸ਼ੱਕ ਉਹਨਾਂ ਦਾ ਬੋਲ ਸਾਰੀ ਧਰਤੀ ਵਿੱਚ ਗਿਆ ਅਤੇ ਸੰਸਾਰ ਦੀਆਂ ਹੱਦਾਂ ਤੀਕਰ ਉਹਨਾਂ ਦੇ ਸ਼ਬਦ। ਇਹ ਨਹੀਂ ਕਿ ਉਹ ਇਸ ਲਈ ਵਿਸ਼ਵਾਸ ਨਹੀਂ ਕਰ ਸਕੇ ਕਿਉਂਕਿ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਨਹੀਂ ਕੀਤਾ ਗਿਆ ਸੀ। ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਪਹਿਲਾਂ ਤੋਂ ਹੋ ਚੁੱਕਾ ਸੀ। ਇਸ ਲਈ ਸਾਡੀ ਖੁਸ਼ਖਬਰੀ ਦੇ ਕੁਝ ਹੀ ਖੇਤਰਾਂ ਤੱਕ ਪਹੁੰਚਣ ਦੇ ਬਾਅਦ ਰੁਕ ਜਾਣ ਦੀ ਭਵਿੱਖਬਾਣੀ ਨਹੀਂ ਕੀਤੀ ਗਈ ਹੈ। ਤਦ ਇਹ ਕਿੰਨੀ ਦੂਰ ਤੱਕ ਪਹੁੰਚੇਗੀ? ਬਾਈਬਲ ਕਹਿੰਦੀ ਹੈ ਸੰਸਾਰ ਦੀਆਂ ਹੱਦਾਂ ਤੀਕਰ ਉਹਨਾਂ ਦੇ ਸ਼ਬਦ, ਜਿਸ ਦਾ ਅਰਥ ਹੈ ਕਿ ਦੁਨੀਆ ਵਿੱਚ ਇਸ ਤਰ੍ਹਾਂ ਦੀ ਕੋਈ ਜਗ੍ਹਾ ਨਾ ਹੋਵੇਗੀ ਜਿੱਥੇ ਖੁਸ਼ਖਬਰੀ ਦਾ ਪ੍ਰਚਾਰ ਨਹੀਂ ਕੀਤਾ ਗਿਆ ਹੋਵੇ। ਪਰਮੇਸ਼ਵਰ ਨੇ ਵਚਨਾਂ ਨੂੰ ਪਹਿਲਾਂ ਤੋਂ ਹੀ ਧਰਤੀ ਦੀ ਹੱਦ ਤੱਕ ਪਹੁੰਚਾ ਦਿੱਤਾ ਹੈ। ਸਾਡੀ ਖੁਸ਼ਖਬਰੀ ਦੇ ਧਰਤੀ ਦੀ ਹੱਦ ਤੱਕ ਪਹੁੰਚਣ ਦੀ ਭਵਿੱਖਬਾਣੀ
ਕੀਤੀ ਗਈ ਹੈ। ਤਦ ਭਵਿੱਖਬਾਣੀ ਦੇ ਇਹਨਾਂ ਵਚਨਾਂ ਦੇ ਅਨੁਸਾਰ ਖੁਸ਼ਖਬਰੀ ਦੇ ਨਾਲ ਕੀ ਹੋਣਾ ਚਾਹੀਦਾ ਹੈ, ਇਸ ਦਾ ਪੱਕਾ ਹੀ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ। ਅੱਜ ਅਸੀਂ ਕਰੋਨਾ ਵਾਇਰਸ ਦੇ ਡਰ ਦੇ ਕਰਕੇ ਆਪਣੇ ਗੁਆਂਢੀਆਂ ਅਤੇ ਇੱਥੋਂ ਤੱਕ ਕਿ ਆਪਣੇ ਰਿਸ਼ਤੇਦਾਰਾਂ ਜਾਂ ਪਰਿਵਾਰਿਕ ਮੈਂਬਰਾਂ ਦੇ ਨਾਲ ਵੀ ਨਹੀਂ ਮਿਲ ਸਕਦੇ। ਇਸ ਯੁੱਗ ਵਿੱਚ ਅਸੀਂ ਇਸ ਹਾਲਾਤ ਦਾ ਸਾਹਮਣਾ ਕਰ ਰਹੇ ਹਾਂ। ਕੋਵਿਡ-19 ਲੋਕਾਂ ਨੂੰ ਅਲੱਗ ਕਰ ਰਿਹਾ ਹੈ ਕਿਉਂਕਿ ਬਹੁਤ ਸਾਰੀਆਂ ਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਲਈ ਹੁਣ ਵੀ ਇਸ ਤਰ੍ਹਾਂ ਦੇ ਦੇਸ਼ ਹਨ ਜਿੱਥੇ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ, ਕਿਉਂਕਿ ਕਾਫੀ ਦੇਸ਼ਾਂ ਵਿੱਚੋਂ ਕੋਰੀਆ ਇੱਕ ਇਸ ਤਰ੍ਹਾਂ ਦਾ ਦੇਸ਼ ਹੈ ਜੋ ਸੰਕਰਮਿਤ ਬਿਮਾਰੀਆਂ ਦੇ ਰੋਕਣ ਵਿੱਚ ਮੁੱਖ ਭੂਮਿਕਾ ਅਦਾ ਕਰ ਰਿਹਾ ਹੈ। ਇਸ ਲਈ ਲੋਕ ਆਜ਼ਾਦੀ ਨਾਲ ਇੱਧਰ-ਉੱਧਰ ਜਾ ਸਕਦੇ ਹਨ, ਪਰ ਇਸ ਤਰ੍ਹਾਂ ਦੇ ਬਹੁਤ ਸਾਰੇ ਦੇਸ਼ ਹਨ ਜਿੱਥੇ ਲੋਕ ਇਸ ਤਰ੍ਹਾਂ ਨਹੀਂ ਕਰ ਸਕਦੇ। ਪਰ ਬਾਈਬਲ ਵਿੱਚ ਕਿਤੇ ਵੀ ਪਰਮੇਸ਼ਵਰ ਨੇ ਨਹੀਂ ਕਿਹਾ ਕੋਵਿਡ-19 ਦੇ ਕਰਕੇ ਖੁਸ਼ਖਬਰੀ ਦਾ ਪ੍ਰਚਾਰ ਨਹੀਂ ਹੋਵੇਗਾ। ਖੁਸ਼ਖਬਰੀ ਦੇ ਕੰਮ ਨੂੰ ਇਸ ਹਾਲਾਤ ਵਿੱਚ ਵੀ ਕਿਵੇਂ ਕਰਨਾ ਚਾਹੀਦਾ ਹੈ? ਦੁਨੀਆ ਦੇ ਸਾਰੇ ਲੋਕਾਂ ਨੂੰ ਬਚਾਉਣ ਦੇ ਲਈ ਇਹ ਕੰਮ ਚੱਲਦਾ ਰਹਿਣਾ ਚਾਹੀਦਾ ਹੈ। ਤਦ ਉਹ ਖੁਸ਼ਖਬਰੀ ਕੀ ਹੈ ਜੋ ਪੂਰੀ ਧਰਤੀ ਅਰਥਾਤ ਧਰਤੀ ਦੀ ਹੱਦ ਤੱਕ ਵੀ ਪ੍ਰਚਾਰ ਕੀਤੀ ਜਾਵੇਗੀ? ਖੁਸ਼ਖਬਰੀ ਪ੍ਰਚਾਰ ਕਰਨ ਦਾ ਮਿਸ਼ਨ ਕਿਸ ਨੂੰ ਸੌਂਪ ਦਿੱਤੇ ਜਾਣ ਦੀ ਭਵਿੱਖਬਾਣੀ ਕੀਤੀ ਗਈ ਹੈ? ਆਓ ਅਸੀਂ ਮੱਤੀ ਅਧਿਆਇ 28 ਦੇਖੀਏ। ਅਧਿਆਇ 28 ਵਚਨ 18। ਅਤੇ ਯੀਸ਼ੂ ਨੇ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਖੁਸ਼ਖਬਰੀ ਦਾ ਹੁਕਮ ਪਰਮੇਸ਼ਵਰ ਨੇ ਦਿੱਤਾ ਹੈ, ਜਿਨ੍ਹਾਂ ਦੇ ਕੋਲ ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਹੈ। ਇਸ ਲਈ ਸਾਨੂੰ ਸਿਰਫ ਸ਼ਾਰੀਰਿਕ ਹਾਲਾਤ ਹੀ ਨਹੀਂ, ਪਰ ਇਸ ਯੁੱਗ ਦੀ ਭਵਿੱਖਬਾਣੀਆਂ ਨੂੰ ਆਪਣੇ ਦਿਲਾਂ ਤੇ ਲਿਖਦੇ ਹੋਏ ਉਹਨਾਂ ਤੇ ਧਿਆਨ ਦੇਣਾ ਚਾਹੀਦਾ ਹੈ। ਆਓ ਅਸੀਂ ਵਚਨ 19 ਦੇਖੀਏ। ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਸਾਨੂੰ ਇਸ ਗੱਲ ਦਾ ਅਧਿਐਨ ਕਰਨਾ ਚਾਹੀਦਾ ਹੈ ਕਿ ਇਹ ਭਵਿੱਖਬਾਣੀ ਹੁਕਮ ਦੇ ਰੂਪ ਵਿੱਚ ਕਿਸ ਨੂੰ ਦਿੱਤੀ ਗਈ ਹੈ। ਕੀ ਇਹ ਪਹਿਲਾ ਚਰਚ ਦੇ ਸੰਤਾਂ ਦੇ ਲਈ ਸੀ ਜਾਂ ਪੁਰਾਣੇ ਨਿਯਮ ਦੇ ਸੰਤਾਂ ਲਈ? ਨਹੀਂ, ਪਵਿੱਤਰ ਆਤਮਾ ਦਾ ਯੁੱਗ ਹੀ ਇੱਕੋ ਇੱਕ ਯੁੱਗ ਹੈ ਜਿਸ ਵਿੱਚ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਯੁੱਗ ਵਿੱਚ ਬਪਤਿਸਮੇ ਦਾ ਸੰਚਾਲਨ ਕੀਤਾ ਜਾ ਸਕਦਾ ਹੈ। ਪਵਿੱਤਰ ਆਤਮਾ ਦੇ ਯੁੱਗ ਵਿੱਚ ਪਰਮੇਸ਼ਵਰ ਨੇ ਆਪਣੇ ਲੋਕਾਂ ਨਾਲ ਕੀ ਕਰਨ ਦੇ ਲਈ ਕਿਹਾ ਹੈ? ਪਰਮੇਸ਼ਵਰ ਨੇ ਕਿਹਾ, ਤੁਸੀਂ ਜਾਓ, ਸਾਰੀਆਂ ਜਾਤੀਆਂ ਦੇ ਲੋਕਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਨਾਲ ਬਪਤਿਸਮਾ ਦੇਵੋ। ਕੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵਿਧੀਆਂ, ਨਿਯਮ ਅਤੇ ਵਿਵਸਥਾ ਨਹੀਂ ਹਨ ਜਿਨ੍ਹਾਂ ਦਾ ਸਾਨੂੰ ਪਾਲਨ ਕਰਨਾ ਚਾਹੀਦਾ ਹੈ? ਜਿੱਥੇ ਅਸੀਂ ਜਾਈਏ ਅਤੇ ਉਹਨਾਂ ਸਭ ਗੱਲਾਂ ਨੂੰ ਸਿਖਾਈਏ ਜਿਨ੍ਹਾਂ ਦਾ ਪਰਮੇਸ਼ਵਰ ਨੇ ਹੁਕਮ ਦਿੱਤਾ, ਤਦ ਪਰਮੇਸ਼ਵਰ ਕੀ ਕਰਨਗੇ? ਪਰਮੇਸ਼ਵਰ ਨੇ ਵਾਅਦਾ ਕੀਤਾ, ਮੈਂ ਜਗਤ ਦੇ ਅੰਤ ਤੱਕ ਸਦਾ ਤੁਹਾਡੇ ਅੰਗ ਸੰਗ ਹਾਂ। ਸਾਨੂੰ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿ ਜੇਕਰ ਅਸੀਂ ਪਰਮੇਸ਼ਵਰ ਦੇ ਵਾਅਦੇ ਤੇ ਵਿਸ਼ਵਾਸ ਰੱਖਦੇ ਹੋਏ ਭਵਿੱਖਬਾਣੀ ਦਾ ਪਾਲਨ ਕਰੀਏ, ਤਦ ਸਭ ਗੱਲਾਂ ਪੂਰੀਆਂ ਹੋ ਜਾਣਗੀਆਂ। ਬਾਈਬਲ ਵਿੱਚ ਲਿਖੀ ਗਈ ਭਵਿੱਖਬਾਣੀਆਂ ਤੇ ਸਾਨੂੰ ਕਿੰਨਾ ਭਰੋਸਾ ਰੱਖਣਾ ਚਾਹੀਦਾ ਹੈ? ਆਓ ਅਸੀਂ ਦੂਜਾ ਪਤਰਸ ਅਧਿਆਇ 1 ਵਚਨ 19 ਤੇ ਜਾਈਏ। ਅਤੇ ਅੰਗਮਵਾਕ ਦਾ ਬਚਨ ਸਾਡੇ ਕੋਲ ਹੋਰ ਵੀ ਪੱਕਾ ਕੀਤਾ ਹੋਇਆ ਹੈ ਅਤੇ ਤੁਸੀਂ ਚੰਗਾ ਕਰਦੇ ਹੋ ਜੋ ਉਸ ਵੱਲ ਧਿਆਨ ਲਾਉਂਦੇ ਹੋ, ਜਿਵੇਂ ਇੱਕ ਦੀਵੇ ਵੱਲ ਜੋ ਹਨੇਰੇ ਥਾਂ ਵਿੱਚ ਚਮਕਦਾ ਹੈ, ਜਿੰਨਾ ਚਿਰ ਪੋਹ ਨਾ ਫੁੱਟੇ ਅਤੇ ਦਿਨ ਦਾ ਤਾਰਾ ਤੁਹਾਡੇ ਹਿਰਦਿਆਂ ਵਿੱਚ ਨਾ ਚੜਾਵੇ। ਤੁਸੀਂ ਇਹ ਚੰਗਾ ਕਰਦੇ ਹੋ ਦਾ ਅਰਥ ਹੈ ਕਿ ਇਹ ਸਹੀ ਕੰਮ ਹੈ ਨਾ? ਇੱਥੇ ਕਿਹਾ ਗਿਆ ਹੈ ਅਤੇ ਅੰਗਮਵਾਕ ਦਾ ਬਚਨ ਸਾਡੇ ਕੋਲ ਹੋਰ ਵੀ ਪੱਕਾ ਕੀਤਾ ਹੋਇਆ ਹੈ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਭਵਿੱਖਬਾਣੀ ਦਾ ਵਚਨ ਪੱਕਾ ਹੀ ਪੂਰਾ ਹੋਵੇਗਾ। ਆਓ ਅਸੀਂ ਮੱਤੀ ਅਧਿਆਇ 26 ਵਚਨ 51 ਦੇਖੀਏ। ਔਰ ਵੇਖੋ, ਯੀਸ਼ੂ ਦੇ ਨਾਲ ਦਿਆਂ ਵਿੱਚੋਂ ਇੱਕ ਨੇ ਹੱਥ ਵਧਾ ਕੇ ਆਪਣੀ ਤਲਵਾਰ ਧੂ ਲਈ ਅਤੇ ਸਰਦਾਰ ਜਾਜਕ ਦੇ ਨੌਕਰ ਨੂੰ ਮਾਰ ਕੇ ਉਹਦਾ ਕੰਨ ਉਡਾ ਦਿੱਤਾ। ਤਦ ਯੀਸ਼ੂ ਨੇ ਉਹਨੂੰ ਆਖਿਆ, ਭਾਈ ਆਪਣੀ ਤਲਵਾਰ ਮਿਆਨ ਕਰ, ਕਿਉਂਕਿ ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ। ਕੀ ਤੂੰ ਇਹ ਸਮਝਦਾ ਹੈ ਜੋ ਮੈਂ ਆਪਣੇ ਪਿਤਾ ਕੋਲੋਂ ਬੇਨਤੀ ਨਹੀਂ ਕਰ ਸਕਦਾ ਅਤੇ ਉਹ ਹੁਣੇ ਦੂਤਾਂ ਦੀਆਂ 12 ਫੌਜਾਂ ਤੋਂ ਵਧੇਕ ਮੇਰੇ ਕੋਲ ਹਾਜ਼ਰ ਨਾ ਕਰੇਗਾ? ਫਿਰ ਉਹ ਲਿਖਤਾ, ਭਾਈ ਅਜਿਹਾ ਹੋਣਾ ਜ਼ਰੂਰ ਹੈ
ਕਿਕਰ ਪੂਰੀਆਂ ਹੁੰਦੀਆਂ। 하시더라고 했습니다. 이미 다 ਭਾਵੇਂ ਹੀ ਹੋਰ ਸਾਰੇ ਚੇਲੇ ਡਰ ਨਾਲ ਭੱਜ ਗਏ, 달아나버리고 베드로가 ਪਰ ਪਤਰਸ ਨੇ ਵਿੱਚੋਂ ਆ ਕੇ ਯੀਸ਼ੂ ਨੂੰ ਫੜਨ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ 말고의 ਅਤੇ ਇੱਥੋਂ ਤੱਕ ਕਿ ਉਸਨੇ ਤਲਵਾਰ ਨਾਲ 그들이 ਕਿਸੇ ਜਾਜਕ ਦੇ ਮਲਕੁਸ ਨਾਮ ਦੇ ਦਾਸ ਦਾ 혼자서 ਕੰਨ ਉਡਾ ਦਿੱਤਾ। 지금 쓰고 있습니다. 예수님 ਯੀਸ਼ੂ ਨੇ ਉਸ ਨੂੰ ਰੋਕਿਆ, ਆਪਣੀ ਤਲਵਾਰ ਮਿਆਨ ਕਰ। 칼집에 넣어라. ਕੀ ਤੂੰ ਇਹ ਸਮਝਦਾ ਹੈ ਜੋ ਮੈਂ ਆਪਣੇ ਪਿਤਾ ਕੋਲੋਂ ਬੇਨਤੀ ਨਹੀਂ ਕਰ ਸਕਦਾ ਅਤੇ ਉਹ ਹੁਣੇ ਦੂਤਾਂ ਦੀਆਂ 12 ਫੌਜਾਂ ਤੋਂ ਵਧੇਕ ਮੇਰੇ ਕੋਲ ਹਾਜ਼ਰ ਨਾ ਕਰੇਗਾ? ਕਿ ਤੈਨੂੰ ਨਹੀਂ ਲੱਗਦਾ ਕਿ ਮੈਂ ਇਸ ਹਾਲਾਤ ਨੂੰ ਜਿੱਥੇ ਉਹ ਮੈਨੂੰ ਲੈ ਕੇ ਜਾ ਰਹੇ ਹਨ ਰੋਕ ਸਕਦਾ ਹਾਂ? ਕਿ ਤੈਨੂੰ ਨਹੀਂ ਲੱਗਦਾ ਕਿ ਮੇਰੇ ਵਿੱਚ ਇਸ ਤਰ੍ਹਾਂ ਦੀ ਸ਼ਕਤੀ ਹੈ? 그러나 ਫਿਰ ਉਹ ਲਿਖਤਾਂ ਪਾਈ, ਅਜਿਹਾ ਹੋਣਾ ਜ਼ਰੂਰ ਹੈ 한 성경이 어떻게 ਕਿ ਕੁਰ ਪੂਰੀਆਂ ਹੁੰਦੀਆਂ। ਤਦ ਪਾਪ ਬਲੀ ਦਾ ਲੇਲਾ ਕੌਣ ਹੋਵੇਗਾ 유월절 ਅਤੇ ਪਸਾ ਦੇ ਲੇਲੇ ਦੀ ਭਵਿੱਖਬਾਣੀ ਨੂੰ ਕੌਣ ਪੂਰਾ ਕਰੇਗਾ? 내가 이 ਮੈਂ ਸਾਰੀ ਮਨੁੱਖ ਜਾਤੀ ਦੀ ਮੁਕਤੀ ਕਰਨ ਇਸ ਧਰਤੀ ਤੇ ਆਇਆ ਹਾਂ। 그들을 ਕੀ ਬਾਈਬਲ ਭਵਿੱਖਬਾਣੀ ਨਹੀਂ ਕਰਦੀ ਕਿ ਮੈਨੂੰ ਉਹਨਾਂ ਦੇ ਪਾਪਾਂ ਨੂੰ ਚੁੱਕਣਾ ਅਤੇ ਉਹਨਾਂ ਦੀ ਮੁਕਤੀ ਦੇ ਲਈ ਪਾਪ ਬਲੀ ਬਣਨਾ ਚਾਹੀਦਾ ਹੈ? 예언이 아니더냐? ਪਿਛਲੇ 3 ਸਾਲ ਤੋਂ ਉਹਨਾਂ ਨੇ ਮੈਨੂੰ ਨਹੀਂ ਫੜਿਆ, ਪਰ ਤੈਨੂੰ ਕੀ ਲੱਗਦਾ ਹੈ ਕਿ ਉਹ ਅਚਾਨਕ ਮੇਰੇ ਤੇ ਹਮਲਾ ਕਿਉਂ ਕਰਦੇ ਹਨ? 예수 ਯੀਸ਼ੂ ਨੇ ਪਤਰਸ ਦੇ ਵਿਸ਼ਵਾਸ ਅਤੇ ਉਹਨਾਂ ਨੂੰ ਬਚਾਉਣ ਦੀ ਪਤਰਸ ਦੀ ਦ੍ਰਿੜ ਇੱਛਾ ਨੂੰ ਬਹੁਤ ਮੰਨਿਆ ਸੀ। 그러나 ਯੀਸ਼ੂ ਨੇ ਉਸ ਨੂੰ ਜਾਣਨ ਦਿੱਤਾ ਕਿ ਉਹ ਮੈਨੂੰ ਇਸ ਲਈ ਨਹੀਂ ਫੜ ਰਹੇ ਕਿਉਂਕਿ ਉਹ ਮੈਨੂੰ ਫੜਨਾ ਚਾਹੁੰਦੇ ਸੀ, 결국은 ਪਰ ਇਸ ਲਈ ਕਿਉਂਕਿ ਉਹ ਇਸ ਭਵਿੱਖਬਾਣੀ ਵਿੱਚ ਇੱਕ ਭੂਮਿਕਾ ਨਿਭਾ ਰਹੇ ਸੀ ਜੋ ਕਹਿੰਦੀ ਹੈ ਅਜਿਹਾ ਹੋਣਾ ਜ਼ਰੂਰ ਹੈ। 그러니 ਇਸ ਲਈ ਉਹਨਾਂ ਨੇ ਕਿਹਾ, ਆਪਣੀ ਤਲਵਾਰ ਚਲਾਣਾ ਬੰਦ ਕਰਕੇ ਉਸ ਨੂੰ ਮਿਆਨ ਕਰ। 그리고는 ਅਤੇ ਵਚਨ 55 ਵਿੱਚ ਉਹਨਾਂ ਨੇ ਇਸ ਤਰ੍ਹਾਂ ਕਿਹਾ। 그때 ਉਸੇ ਵੇਲੇ ਯੀਸ਼ੂ ਨੇ ਉਸ ਭੀੜ ਨੂੰ ਆਖਿਆ, 너희가 ਤਲਵਾਰਾਂ ਅਤੇ ਡਾਂਗਾ ਫੜੀ ਕਿ ਤੁਸੀਂ ਮੈਨੂੰ ਡਾਕੂ ਵਾਂਗੂ ਫੜਨ ਨੂੰ ਨਿਕਲੇ ਹੋ? 벌어 나왔느냐? ਮੈਂ ਰੋਜ਼ ਹੈਕਲ ਵਿੱਚ ਬੈਠ ਕੇ ਉਪਦੇਸ਼ ਦਿੰਦਾ ਸਾਂ ਅਤੇ ਤੁਸੀਂ ਮੈਨੂੰ ਨਾ ਫੜਿਆ। 그러나 ਪਰ ਇਹ ਸਭ ਕੁਝ ਇਸ ਲਈ ਹੋਇਆ ਜੋ ਨਬੀਆਂ ਦੀਆਂ ਲਿਖਤਾਂ ਕੀ ਹੋਣ, 선지자 ਪੂਰੀਆਂ ਹੋਣ। ਨਬੀਆਂ ਦੇ ਵਚਨ ਕੀ ਹਨ? 예, 성경에 ਪਰ ਇਹ ਸਭ ਕੁਝ 예언들을 ਇਸ ਲਈ ਹੋਇਆ ਜੋ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਣ। 지금까지 ਤੁਹਾਡੇ ਕੋਲ ਮੈਨੂੰ ਫੜਨ ਦੇ ਬਹੁਤ ਸਾਰੇ ਮੌਕੇ ਸੀ, 많았느냐? ਪਰ ਤੁਸੀਂ ਮੈਨੂੰ ਨਹੀਂ ਫੜਿਆ। ਹੁਣ ਤੁਸੀਂ ਮੈਨੂੰ ਫੜ ਰਹੇ ਹੋ ਕਿਉਂਕਿ ਭਵਿੱਖਬਾਣੀ ਦਾ ਸਮਾਂ 되니까 나를 ਆ ਗਿਆ ਹੈ। 속죄 ਤੁਸੀਂ ਮੈਨੂੰ ਮੇਰੇ ਪਾਪ ਬਲੀ ਬਣਨ ਦੀ ਭਵਿੱਖਬਾਣੀ ਦੇ ਕਰਕੇ ਮੈਨੂੰ ਫੜਨ ਆਏ ਹੋ, ਹੈ ਨਾ? 예수 ਯੀਸ਼ੂ ਚੁੱਪਚਾਪ ਉਹਨਾਂ ਦੇ ਪਿੱਛੇ ਪਿੱਛੇ ਤੁਰੇ 따라가 주셨습니다. ਕਿ ਯੀਸ਼ੂ ਉਹਨਾਂ ਤੇ ਜਿੱਤ ਕੇ 가지고 와서 포박하려 ਉਹਨਾਂ ਨੂੰ ਬੰਨਣ ਤੋਂ 무력으로 ਨਹੀਂ ਰੋਕ ਸਕਦੇ ਸੀ, 할 수 있고 제재할 수 있었지 않겠습니까? 그러나 ਪਰ 이런 그들의 ਯੀਸ਼ੂ ਨੇ ਕਿਹਾ 행동도 이런 ਕਿ ਭਵਿੱਖਬਾਣੀ ਨਹੀਂ ਕੀਤੀ ਗਈ ਸੀ ਕਿ ਉਹ ਇਸ ਤਰ੍ਹਾਂ ਦਾ ਵਰਤਾਓ ਕਰਨਗੇ ਅਤੇ ਇਹ ਕਿ ਧਰਮ ਗ੍ਰੰਥ ਅਤੇ ਨਬੀਆਂ ਦੇ ਲੇਖਾਂ ਅਨੁਸਾਰ ਮੈਂ ਇਸ ਹਾਲਾਤ ਵਿੱਚ ਹੋਵਾਂਗਾ। 예언이 되어 있지 않느냐 말이죠. 예언은 ਯੀਸ਼ੂ ਨੇ ਸਾਨੂੰ ਇਹ ਜਾਣਨ ਦਿੱਤਾ ਕਿ ਭਵਿੱਖਬਾਣੀ ਤੋਂ 께서 ਕੋਈ ਵੀ ਨਹੀਂ ਬਚ ਸਕਦਾ। 자 그렇다면 ਤਦ 오늘날 ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਯੁੱਗ ਦੀਆਂ ਭਵਿੱਖਬਾਣੀਆਂ ਤੇ ਮਨ ਲਗਾਈਏ। ਪਹਿਲਾਂ ਅਸੀਂ ਮੱਤੀ ਅਧਿਆਇ 28 ਅਤੇ ਮਰਕੁਸ ਅਧਿਆਇ 16 ਵਿੱਚ ਸਾਨੂੰ ਦਿੱਤੀ ਗਈਆਂ ਭਵਿੱਖਬਾਣੀਆਂ ਨੂੰ ਦੇਖਿਆ। ਪਰਮੇਸ਼ਵਰ ਇਸ ਧਰਤੀ ਤੇ ਮਨੁੱਖ ਜਾਤੀ ਨੂੰ ਬਚਾਉਣ ਦੇ ਲਈ ਆਏ ਹਨ 반드시 ਅਤੇ ਇਹ ਖੁਸ਼ਖਬਰੀ ਪੂਰੀ ਦੁਨੀਆ, ਸਾਮਰੀਆ ਅਤੇ ਧਰਤੀ ਦੀ ਹੱਦ ਤੱਕ ਪ੍ਰਚਾਰ ਕੀਤੀ ਜਾਵੇਗੀ। ਪਰਮੇਸ਼ਵਰ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਇਹ ਪੱਕਾ ਪੂਰਾ ਹੋਵੇਗਾ, ਇਹ ਪੱਕਾ ਪੂਰਾ ਹੋਵੇਗਾ। 그러나 ਪਰ ਹੁਣ ਅਸੀਂ ਕਰੋਨਾ ਗਲੋਬਲ ਮਹਾਮਾਰੀ ਦੇ ਕਰਕੇ ਲੋਕਾਂ ਨਾਲ ਨਿੱਜੀ ਤੌਰ ਤੇ ਨਹੀਂ ਮਿਲ ਸਕਦੇ। 그러나 이제 ਖੁਸ਼ਕਿਸਮਤੀ ਨਾਲ ਆਨਲਾਈਨ ਪ੍ਰਚਾਰ ਦੀ ਇਜਾਜ਼ਤ ਦਿੱਤੀ ਗਈ ਹੈ। 다 허용을 하고 있습니다. 우리의 ਅਸੀਂ ਹਮੇਸ਼ਾ ਸੋਚਿਆ ਕਿ ਪ੍ਰਚਾਰ ਸਿਰਫ ਲੋਕਾਂ ਨਾਲ ਨਿੱਜੀ ਤੌਰ ਤੇ ਮਿਲ ਕੇ 뛰어다녀야 ਕੀਤਾ ਜਾਂਦਾ ਹੈ, 이런 전도만 생각하고 ਪਰ ਪਰਮੇਸ਼ਵਰ ਨੇ ਸਾਨੂੰ ਘਰ ਵਿੱਚ ਰਹਿੰਦੇ ਲੋਕਾਂ ਨੂੰ 하기 위해서 안방까지 다 ਆਨਲਾਈਨ ਪ੍ਰਚਾਰ ਕਰਨ ਦੀ 이 온라인 ਇਜਾਜ਼ਤ ਦਿੱਤੀ। 전부 만들어 주셨습니다. 비대면 ਇਹ ਆਮੋ ਸਾਹਮਣੇ ਪ੍ਰਚਾਰ ਕਰਨਾ ਨਹੀਂ ਹੈ। 온 세상 ਅਸੀਂ ਕਹਿ ਸਕਦੇ ਹਾਂ ਕਿ ਪਰਮੇਸ਼ਵਰ ਨੇ ਪੂਰੀ ਦੁਨੀਆ ਨੂੰ ਬਚਾਉਣ ਦੇ ਲਈ ਆਨਲਾਈਨ ਨਿੱਜੀ ਪ੍ਰਚਾਰ ਕਰਨ ਦਾ 열어 ਰਾਹ ਖੋਲ ਦਿੱਤਾ ਹੈ। 주셨습니다. 그래서 ਨਤੀਜੇ ਵਜੋਂ 상으로 ਅਸੀਂ ਵੀਡੀਓ ਚੈਟ ਦੁਆਰਾ ਉਪਦੇਸ਼ ਦਾ ਅਭਿਆਸ ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਾਂ। ਅਤੇ ਇਹ ਨਹੀਂ, ਇਸ ਗਲੋਬਲ ਮਹਾਮਾਰੀ ਨੇ ਭਰਾ ਭੈਣਾਂ ਨੂੰ ਇਹ ਕਹਿੰਦੇ ਹੋਏ ਆਪਣੇ ਰਿਸ਼ਤੇਦਾਰਾਂ, ਦੋਸਤਾਂ ਅਤੇ ਜਾਣ ਪਛਾਣ ਵਾਲਿਆਂ ਦੇ ਨਾਲ ਸੰਪਰਕ ਕਰਨ ਦੇ ਹੋਰ ਜ਼ਿਆਦਾ ਮੌਕੇ ਦਿੱਤੇ ਹਨ
ਗਲੋਬਲ ਮਹਾਮਾਰੀ ਦੇ ਦੌਰਾਨ ਤੁਹਾਡਾ ਹਾਲ ਕਿਵੇਂ ਹੈ? ਮੈਂ ਤੁਹਾਡਾ ਹਾਲ-ਚਾਲ ਪੁੱਛਣ ਦੇ ਲਈ ਤੁਹਾਨੂੰ ਫੋਨ ਕੀਤਾ। ਪਰਮੇਸ਼ਵਰ ਨੇ ਸਾਨੂੰ ਵਿਪਤਾਵਾਂ ਨੂੰ 어떻게 한번 들어보지 않겠습니까? ਸਾਡੇ ਤੋਂ ਪਾਰ ਕਰਾਉਣ ਦਾ 그래서 아무도 ਕੀਮਤੀ ਵਾਅਦਾ ਦਿੱਤਾ ਹੈ। ਕੀ ਤੁਸੀਂ ਇਸ ਵਿਸ਼ੇ ਵਿੱਚ 통화를 통해서 ਹੋਰ ਜ਼ਿਆਦਾ ਸੁਣਨਾ ਚਾਹੁੰਦੇ ਹੋ? 우리 복음 ਸਾਡੀ ਖੁਸ਼ਖਬਰੀ ਸਾਮਰੀਆ ਤੇ ਧਰਤੀ ਦੀ ਹੱਦ ਤੱਕ ਪਹੁੰਚਣ ਦੇ ਲਈ ਨਿਯੁਕਤ ਹੈ। 함께 ਇਸ ਲਈ ਕਿ ਖੁਸ਼ਖਬਰੀ ਦੇ ਕੰਮ ਨੂੰ ਪੂਰਾ ਕਰਨ ਵਿੱਚ ਭਾਗ ਲੈਣ ਦੀ ਖੁਸ਼ੀ ਤੋਂ ਵੱਧ ਕੇ 동했습니까? ਹੋਰ ਕੁਝ ਹੈ? 다니엘 ਆਓ ਅਸੀਂ ਦਾਨੀਏਲ ਅਧਿਆਇ 12 ਤੇ ਇੱਕ ਨਜ਼ਰ ਪਾਈਏ। 1절에 ਵਚਨ 1। ਉਸ ਵੇਲੇ ਮਿਕਾਇਲ ਉਹ ਵੱਡਾ ਸਰਦਾਰ ਜੋ ਤੇਰੇ ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਖਲੋਤਾ ਹੈ ਉੱਠੇਗਾ ਅਤੇ ਅਜਿਹੀ ਵਿਪਤਾ ਦਾ ਵੇਲਾ ਹੋਵੇਗਾ ਜਿਹਾ ਕੌਮ ਦੇ ਮੁੱਢ ਤੋਂ ਲੈ ਕੇ ਉਸ ਵੇਲੇ ਤੀਕਰ ਕਦੇ ਨਹੀਂ ਹੋਇਆ ਸੀ ਅਤੇ ਉਸ ਵੇਲੇ ਤੇਰਿਆਂ ਲੋਕਾਂ ਵਿੱਚੋਂ ਹਰ ਕੋਈ ਜਿਹਦਾ ਨਾਮ ਪੋਥੀ ਵਿੱਚ ਲਿਖਿਆ ਹੋਇਆ ਹੋਵੇਗਾ ਸੋ ਛੁੱਟੇਗਾ ਅਤੇ ਉਹਨਾਂ ਵਿੱਚੋਂ ਢੇਰ ਸਾਰੇ ਜੋ ਧਰਤੀ ਦੀ ਮਿੱਟੀ ਵਿੱਚ ਸੁੱਤੇ ਪਏ ਹਨ ਜਾਗ ਉੱਠਣਗੇ, ਕਈ ਸਦੀਪਕ ਜਿਉਣ ਲਈ ਅਤੇ ਕਈ ਸ਼ਰਮਿੰਦਗੀ ਅਤੇ ਸਦੀਪਕ ਨਿਰਾਦਰੀ ਲਈ। 있는 자는 ਪਰ ਉਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪ੍ਰਕਾਸ਼ ਵਾਂਗਰ ਚਮਕਣਗੇ ਅਤੇ ਉਹ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗਰ ਜੁਗੋ ਜੁਗ ਤਿਕਰ। ਪਰ ਤੂੰ ਹੀ ਦਾਨੀਏਲ ਇਹਨਾਂ ਗੱਲਾਂ ਨੂੰ ਮੁੰਦ ਰੱਖ ਅਤੇ ਪੋਥੀ ਉੱਤੇ ਉੜਕਦੇ ਸਮੇਂ ਤਿਕਰ ਮੋਹਰ ਲਾ ਰੱਖ। ਬਥੇਰੇ ਇਧਰ ਉਧਰ ਭੱਜਣਗੇ ਅਤੇ ਵਿਦਿਆ ਵਧੇਗੀ। ਜੋ ਬਹੁਤਿਆਂ ਨੂੰ ਧਰਮੀ ਬਣਾਉਂਦੇ ਹਨ 하는 자에게는 ਉਹਨਾਂ ਨੂੰ ਕਿਸ ਪ੍ਰਕਾਰ ਦੀ 하나님의 그 ਆਸ਼ੀਸ਼ ਦਿੱਤੀ ਜਾਵੇਗੀ? 별과 같이 ਪਰਮੇਸ਼ਵਰ ਉਹਨਾਂ ਨੂੰ ਸਦਾ ਤਾਰਿਆਂ ਦੇ ਵਾਂਗ ਚਮਕਣ ਦੀ ਆਸ਼ੀਸ਼ ਦੇਣਗੇ। 지금 ਜੇਕਰ ਪਰਮੇਸ਼ਵਰ ਸਾਨੂੰ ਇਸ ਯੁੱਗ ਵਿੱਚ 예언적으로 ਭਵਿੱਖ ਸੂਚਕ ਮਿਸ਼ਨ ਦਿੰਦੇ ਹਨ 어떤 ਤਦ ਕਿਸੇ ਦੇ ਸਾਡੇ ਰਾਹ ਨੂੰ ਬੰਦ ਕਰਨ ਜਾਂ ਖੁਸ਼ਖਬਰੀ ਪ੍ਰਚਾਰ ਨੂੰ ਰੋਕਣ ਤੇ ਵੀ 온 세상에 ਇਹ ਪੱਕਾ ਪੂਰਾ ਹੋਵੇਗਾ। 것이다. 그걸 ਉਹ ਉਹਨਾਂ ਤੇ ਨਿਰਭਰ ਹੈ ਕਿ ਲੋਕ ਇਸ ਖੁਸ਼ਖਬਰੀ ਨੂੰ ਸਵੀਕਾਰ ਕਰਦੇ ਹਨ ਜਾਂ ਨਹੀਂ। ਪਰ ਜੋ ਖੁਸ਼ਖਬਰੀ ਅਸੀਂ ਪ੍ਰਚਾਰ ਕਰਦੇ ਹਾਂ ਇਸ ਦੇ ਸਾਰੇ ਦੇਸ਼ਾਂ ਵਿੱਚ ਪਹੁੰਚਾਣ ਅਤੇ ਸਾਰੇ ਲੋਕਾਂ ਦੇ ਜਾਣਨ ਦੀ ਭਵਿੱਖਬਾਣੀ ਕੀਤੀ ਗਈ ਹੈ। 그렇다면 ਤਦ 다니엘 ਜਿਸ ਤਰ੍ਹਾਂ ਪਰਮੇਸ਼ਵਰ ਨੇ ਦਾਨੀਏਲ ਅਧਿਆਇ 12 ਵਿੱਚ ਭਵਿੱਖਬਾਣੀ ਕੀਤੀ ਹੈ ਕਿ ਸਾਨੂੰ ਬਹੁਤ ਸਾਰੇ ਲੋਕਾਂ ਨੂੰ ਧਰਮੀ ਬਣਾਉਂਦੇ ਹੋਏ ਪਰਮੇਸ਼ਵਰ ਤੋਂ ਬਹੁਤ ਜ਼ਿਆਦਾ ਆਸ਼ੀਸ਼ ਪ੍ਰਾਪਤ ਨਹੀਂ ਕਰਨੀ ਚਾਹੀਦੀ। 이런 ਪਰਮੇਸ਼ਵਰ ਨੇ ਸਪਸ਼ਟਤਾ ਨਾਲ ਸਾਨੂੰ ਇਹ ਭਵਿੱਖਬਾਣੀ ਦਿਖਾਈ ਹੈ। ਪਰ ਜੇਕਰ ਅਸੀਂ ਇਸ ਤੇ ਵਿਸ਼ਵਾਸ ਨਾ ਕਰੀਏ ਤਦ ਖੁਸ਼ਖਬਰੀ ਵਿੱਚ ਅਸੀਂ ਕਦੀ ਵੀ ਭਾਗ ਨਹੀਂ ਲੈ ਸਕਾਂਗੇ। ਆਓ ਅਸੀਂ 4장 ਦੂਜਾ ਤਿਮੋਥੇਸ ਅਧਿਆਇ 4 ਦੇਖੀਏ। 확인해 봅시다. 1절에 ਵਚਨ 1। 하나님은 ਮੈਂ ਪਰਮੇਸ਼ਵਰ ਅਤੇ ਮਸੀਹ ਯੀਸ਼ੂ ਨੂੰ ਜਿਹੜਾ ਜਿਉਂਦਿਆਂ ਅਤੇ ਮੋਇਆਂ ਦਾ ਨਿਆਂ ਕਰੇਗਾ ਗਵਾਹ ਕਰਕੇ ਉਹਦੇ ਪ੍ਰਕਾਸ਼ ਅਤੇ ਰਾਜ ਦਾ ਵਾਸਤਾ ਦੇ ਕੇ ਤੈਨੂੰ ਤਕੀਦ ਕਰਦਾ ਹਾਂ 너는 ਕਿ ਤੂੰ ਕੀ ਕਰ। 말씀을 ਭਾਈ ਤੂੰ ਬਚਨ ਦਾ ਪ੍ਰਚਾਰ ਕਰ, 전지 못 얻든지 ਵੇਲੇ ਕੁਵੇਲੇ ਉਸ ਵਿੱਚ ਲੱਗਿਆ ਰਹਿ। 이게 ਇਹ ਵਚਨ ਪਰਮੇਸ਼ਵਰ ਨੇ ਕਿਸ ਨੂੰ ਦਿੱਤੇ? 말씀일까요? 물론 ਬੇਸ਼ੱਕ ਇਹ ਵਚਨ ਯੀਸ਼ੂ ਦੇ ਪਹਿਲੀ ਵਾਰੀ ਆਉਣ ਵਿੱਚ ਪਹਿਲਾਂ ਚੱਲਦੇ ਸੰਤਾਂ ਨੂੰ ਦਿੱਤੇ ਗਏ ਸੀ। ਪਰ ਮਤੀ ਅਧਿਆਇ 28 ਅਤੇ ਮਰਕੁਸ ਅਧਿਆਇ 16 ਵਿੱਚ ਲਿਖੀ ਭਵਿੱਖਬਾਣੀ ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਾਰੀ ਸ੍ਰਿਸ਼ਟੀ ਦੇ ਲੋਕਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰੋ 복음을 다 전파. ਪਵਿੱਤਰ ਆਤਮਾ ਦੇ ਯੁੱਗ ਵਿੱਚ 시대는 ਰਹਿਣ ਵਾਲੇ ਲੋਕਾਂ ਨੂੰ ਦਿੱਤੇ ਗਏ ਹਨ। 그래서 이 ਇਸ ਲਈ 시대는 ਪਰਮੇਸ਼ਵਰ ਨੇ ਪਵਿੱਤਰ ਆਤਮਾ ਦੇ ਇਸ ਯੁੱਗ ਵਿੱਚ ਵਿਗਿਆਨ ਨੂੰ ਥੋੜੇ ਸਮੇਂ ਵਿੱਚ ਹੀ 어떤 ਵਧਾਇਆ ਹੈ। 수천 ਇਸ ਦੁਨੀਆ ਨੇ 만 년 동안 ਜੋ ਹਜ਼ਾਰਾਂ ਅਰਥਾਤ ਅਰਬਾਂ ਸਾਲਾਂ ਤੋਂ ਸ਼ਾਂਤ ਸੀ 갑자기 폭발적인 ਜ਼ਬਰਦਸਤ ਕ੍ਰਾਂਤੀ ਲਿਆਂਦੀ। 과학 ਵਿਗਿਆਨ, ਗਿਆਨ ਅਤੇ ਸੱਭਿਆਚਾਰ ਦੇ ਖੇਤਰਾਂ ਵਿੱਚ ਅਚਰਜ ਚੀਜ਼ਾਂ ਹੋ ਰਹੀਆਂ ਹਨ 어느 세대와도 ਜਿਨ੍ਹਾਂ ਦੀ ਤੁਲਨਾ ਕਿਸੇ ਵੀ ਹੋਰ ਪੀੜ੍ਹੀਆਂ ਦੇ ਨਾਲ ਨਹੀਂ ਕੀਤੀ ਜਾ ਸਕਦੀ। 성령 ਪਰਮੇਸ਼ਵਰ ਨੇ ਪਵਿੱਤਰ ਆਤਮਾ ਦੇ ਯੁੱਗ ਵਿੱਚ 적인 어떤 ਰਹਿਣ ਵਾਲਿਆਂ ਨੂੰ ਵਧਣ ਦੀਆਂ ਯੋਗਿਤਾਵਾਂ ਦਿੱਤੀਆਂ ਹਨ। 우리가 지금 ਕੰਪਿਊਟਰ ਦੀ ਖੋਜ ਕਰਨ ਦੀ ਯੋਗਿਤਾ ਇਸ ਯੁੱਗ ਵਿੱਚ ਹੋਈ। 우리 시대에 만들어진 것이죠. 그전 시대 ਸਾਡੇ ਤੋਂ ਪਹਿਲਾਂ ਦੇ ਲੋਕ ਇਸ ਦੀ ਕਲਪਨਾ ਤੱਕ ਨਹੀਂ ਕਰ ਸਕਦੇ ਸੀ। 비행기가 ਅਸੀਂ ਹਵਾਈ ਜਹਾਜ਼ ਵਰਗੇ ਸੁਵਿਧਾਜਨਕ ਚੀਜ਼ਾਂ ਦੀ ਵੀ ਖੋਜ ਕੀਤੀ। ਪੁਰਾਣੇ ਦਿਨਾਂ ਵਿੱਚ ਤੇਜ਼ੀ ਨਾਲ ਜਾਣ ਦਾ ਇੱਕੋ ਇੱਕ ਤਰੀਕਾ ਘੋੜਾ ਜਾਂ ਘੋੜਾ ਗੱਡੀ ਦੀ ਸਵਾਰੀ ਕਰਨਾ ਸੀ। 어떤 속도였습니다. 그러나 지금 ਪਰ ਹੁਣ 그 속도는 ਸਾਡੇ ਕੋਲ ਇਸ ਤਰ੍ਹਾਂ ਦਾ ਹਵਾਈ ਜਹਾਜ਼ ਹੈ ਜੋ ਘੋੜਿਆਂ ਅਤੇ ਘੋੜਾ ਗੱਡੀਆਂ ਦੀ ਤੁਲਨਾ ਤੋਂ ਪਰੇ ਰਫ਼ਤਾਰਜਨਕ ਹੈ। 사마리아 땅끝까지 이 지구 ਪਰਮੇਸ਼ਵਰ ਨੇ ਸਾਡੇ ਲਈ ਕੁਝ ਹੀ ਦਿਨਾਂ ਵਿੱਚ 며칠 만이면 ਦੁਨੀਆ ਭਰ ਦੀ ਯਾਤਰਾ ਕਰਨਾ 수 있는 생활 ਆਸਾਨ ਬਣਾ ਦਿੱਤਾ ਹੈ। 만들어 놓으셨습니다. 그래서 ਮੈਂ ਜੋ ਤੁਹਾਨੂੰ ਕਹਿਣਾ ਚਾਹੁੰਦਾ ਹਾਂ 싶은 말씀은 ਉਹ ਇਹ ਹੈ ਕਿ ਸਾਨੂੰ ਅੱਗੇ ਵਧਣ ਦੇ ਲਈ ਕਹਿ ਰਹੀ ਪਰਮੇਸ਼ਵਰ ਦੀ ਭਵਿੱਖਬਾਣੀ ਦੇ ਸ਼ਬਦਾਂ ਤੋਂ ਅੱਗੇ ਵਧਣਾ ਚਾਹੀਦਾ ਹੈ। ਪਰ ਕਿਉਂਕਿ ਕੁਝ ਥੋੜੇ ਚਿਰ ਲਈ
ਸਹਿਨ ਨਹੀਂ ਕਰ ਸਕਦੇ, ਇਸ ਲਈ ਉਹ ਪਿੱਛੇ ਰਹਿ ਜਾਂਦੇ ਹਨ। ਪਰਮੇਸ਼ਵਰ ਨੇ ਵਾਅਦਾ ਕੀਤਾ, ਜੋ ਅੰਤ ਤੱਕ ਦ੍ਰਿੜ ਰਹੇਗਾ ਉਹ ਮੁਕਤੀ ਪਾਵੇਗਾ, ਅਤੇ ਉਹ ਬਾਈਬਲ ਦੀਆਂ ਭਵਿੱਖਬਾਣੀਆਂ ਦੁਆਰਾ ਸਾਨੂੰ ਆਪਣੇ ਵਾਅਦੇ ਦਿਖਾ ਰਹੇ ਹਨ। ਪਰ ਕੀ ਹੋਵੇਗਾ ਜੇਕਰ ਅਸੀਂ ਇਸ ਗੱਲ ਤੇ ਵਿਸ਼ਵਾਸ ਨਾ ਕਰੀਏ, ਪਰ ਸਵਰਗ ਦੇ ਰਾਹ ਤੇ ਡਿੱਗ ਜਾਈਏ, ਜਾਂ ਥੱਕ ਜਾਈਏ, ਜਾਂ ਹਾਰ ਮੰਨ ਲਈਏ, ਜਾਂ ਹੋਰ ਰਾਹ ਤੇ ਚਲੇ ਜਾਈਏ? ਤਦ 이렇게 된다. ਜੇਕਰ ਅਸੀਂ ਇਸ ਤਰ੍ਹਾਂ ਕਰੀਏ, 성경에서 ਤਦ ਸਵਰਗ ਦੇ ਰਾਜ ਵਿੱਚ ਕਦੀ ਵੀ ਪ੍ਰਵੇਸ਼ ਨਹੀਂ ਕਰ ਸਕਾਂਗੇ। 우리 시대 ਸਾਡੇ ਯੁੱਗ ਵਿੱਚ ਪਰਮੇਸ਼ਵਰ ਨੇ ਸਾਨੂੰ ਮੁਕਤੀ ਦੀ ਕਿਰਪਾ ਹੀ ਨਹੀਂ ਦਿੱਤੀ ਹੈ, ਪਰ ਦੂਸਰਿਆਂ ਨੂੰ ਬਚਾਉਣ ਦੇ ਆਨੰਦ ਭਰਪੂਰ ਕੰਮ ਵਿੱਚ ਭਾਗ ਲੈਣ ਦਾ 동참할 수 ਰਾਹ ਵੀ ਖੋਲ ਦਿੱਤਾ ਹੈ। ਕਿਉਂਕਿ ਕੋਵਿਡ-19 ਕਾਬੂ ਤੋਂ ਬਾਹਰ ਹੋ ਗਿਆ ਹੈ, ਇਸ ਲਈ ਇਸ ਤਰ੍ਹਾਂ ਦੇ ਕਾਫੀ ਦੇਸ਼ ਹਨ ਜਿੱਥੇ ਚਰਚਾਂ ਦੀਆਂ ਸਭਾਵਾਂ ਹੁਣ ਘੱਟੋ-ਘੱਟ 7 ਮਹੀਨਿਆਂ ਦੇ ਲਈ ਮਨ੍ਹਾ ਹਨ। ਉਹ ਕਹਿੰਦੇ ਹਨ ਕਿ ਮਨ੍ਹਾ ਕਰਨਾ ਥੋੜਾ ਕਰਕੇ ਘੱਟ ਹੋ ਰਿਹਾ ਹੈ, ਪਰ ਭਾਰਤ ਅਤੇ ਮੱਧ ਅਮਰੀਕਾ ਵਰਗੇ ਇਸ ਤਰ੍ਹਾਂ ਦੇ ਦੇਸ਼ ਵੀ ਹਨ ਜਿੱਥੇ ਇਹ ਖਰਾਬ ਹੋ ਰਿਹਾ ਹੈ। ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਹੁਣ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਦੇਸ਼ ਹਨ ਜਿੱਥੇ ਲੋਕ ਆਜ਼ਾਦ ਨਹੀਂ ਹਨ। ਇਸ ਦੇ ਬਾਵਜੂਦ ਖੁਸ਼ਖਬਰੀ ਦੇ ਸੇਵਕ ਹੁਣ ਵੀ ਪੈਦਾ ਹੋ ਰਹੇ ਹਨ, 말씀은 ਅਤੇ ਜਿਵੇਂ ਅਸੀਂ ਭਵਿੱਖਬਾਣੀ ਤੇ ਵਿਸ਼ਵਾਸ ਕਰਦੇ ਹਾਂ, ਪਰਮੇਸ਼ਵਰ ਦਾ ਵਚਨ ਸਾਮਰੀਆ ਅਤੇ ਧਰਤੀ ਦੀ ਹੱਦ ਤੱਕ ਪ੍ਰਚਾਰ ਹੋਵੇਗਾ। ਖੁਸ਼ਖਬਰੀ ਲਗਾਤਾਰ ਪ੍ਰਚਾਰ ਕੀਤੀ ਜਾ ਰਹੀ ਹੈ। 그전에 ਅਸੀਂ ਪਹਿਲਾਂ ਆਮੋ ਸਾਹਮਣੇ ਪ੍ਰਚਾਰ ਕੀਤਾ ਸੀ, 복음의 말씀 ਪਰ ਹੁਣ ਅਸੀਂ 이제는 ਆਪਣੇ ਸਾਰੇ ਜਾਣ ਪਛਾਣ ਵਾਲਿਆਂ ਨੂੰ 했던 모든 사람 ਆਨਲਾਈਨ 뭐 온라인 ਜਾਂ ਵੀਡੀਓ ਚੈਟ ਦੁਆਰਾ 아니면 휴대폰 ਪ੍ਰਚਾਰ ਕਰ ਰਹੇ ਹਾਂ। 통화를 통해서 말이죠. ਹੁਣ ਮੈਂ ਸੁਣਦਾ ਹਾਂ 하는 ਕਿ ਇਸ ਤਰ੍ਹਾਂ ਨਾਲ ਹੋਰ ਵੀ ਜ਼ਿਆਦਾ ਚੰਗੇ ਫਲ 연락들이 ਪੈਦਾ ਹੋ ਰਹੇ ਹਨ। 있습니다. 예, 우리 ਆਓ ਅਸੀਂ ਪ੍ਰਕਾਸ਼ ਦੀ ਪੋਥੀ 예언의 ਅਧਿਆਇ 22 ਵਿੱਚ ਇੱਕ ਹੋਰ ਭਵਿੱਖਬਾਣੀ ਦੇਖੀਏ। ਅਧਿਆਇ 22 ਵਚਨ 10। ਤਾਂ ਉਸ ਮੈਨੂੰ ਆਖਿਆ, ਭਾਈ, ਇਸ ਪੋਥੀ ਦੇ ਅਗਮ ਵਾਕ ਦੀਆਂ ਬਾਣੀਆਂ ਉੱਤੇ ਮੋਹਰ ਨਾ ਲਾ, ਕਿਉਂ ਜੋ ਸਮਾਂ ਨੇੜੇ ਹੈ। ਜਿਹੜਾ ਕੁਧਰਮੀ ਹੈ ਉਹ ਅਗਾਂਹ ਨੂੰ ਕੁਧਰਮ ਕਰੀ ਜਾਏ, ਅਤੇ ਜਿਹੜਾ ਪਲੀਤ ਹੈ ਉਹ ਅਗਾਂਹ ਨੂੰ ਪਲੀਤ ਹੋਈ ਜਾਏ, ਅਤੇ ਜਿਹੜਾ ਧਰਮੀ ਹੈ ਉਹ ਅਗਾਂਹ ਨੂੰ ਧਰਮ ਕਰੀ ਜਾਏ, ਅਤੇ ਜਿਹੜਾ ਪਵਿੱਤਰ ਹੈ ਉਹ ਅਗਾਂਹ ਨੂੰ ਪਵਿੱਤਰ ਬਣਿਆ ਰਵੇ। ਇੱਥੇ ਅਸੀਂ ਦੇਖ ਸਕਦੇ ਹਾਂ ਕਿ ਭਾਵੇਂ ਕੋਵਿਡ-19 ਹੋਵੇ ਜਾਂ ਨਾ ਹੋਵੇ, ਜਿਹੜਾ ਕੁਧਰਮੀ ਹੈ ਉਹ ਅਗਾਂਹ ਨੂੰ ਕੁਧਰਮ ਕਰੀ ਜਾਏ, ਅਤੇ ਜਿਹੜਾ ਧਰਮੀ ਹੈ ਉਹ ਅਗਾਂਹ ਨੂੰ ਧਰਮ ਕਰੀ ਜਾਏ, ਅਤੇ ਜੋ ਮਿਹਨਤ ਨਾਲ ਪ੍ਰਚਾਰ ਕਰਦਾ ਹੈ ਉਹ ਮਿਹਨਤ ਨਾਲ ਪ੍ਰਚਾਰ ਕਰਦਾ ਰਹੇਗਾ। 열심히 또 전파하고 앞에 어떤 ਭਾਵੇਂ ਉਹਨਾਂ ਦੇ ਸਾਹਮਣੇ ਰੁਕਾਵਟਾਂ ਆਉਣ ਜਾਂ ਨਾ ਆਉਣ, ਉਹ ਉਹਨਾਂ ਰੁਕਾਵਟਾਂ ਨੂੰ ਬਹਾਨਾ ਨਹੀਂ ਮੰਨਦੇ। ਰੁਕਾਵਟਾਂ ਬਹਾਨਾ ਨਹੀਂ ਹੋ ਸਕਦੀਆਂ, ਕਿਉਂਕਿ ਭਵਿੱਖਬਾਣੀ ਵਿੱਚ ਕਿਸੇ ਵੀ ਚੀਜ਼ ਤੇ ਜਿੱਤ ਪਾਉਣ ਦੀ ਸ਼ਕਤੀ ਹੈ। 얼마든지 ਇੱਥੋਂ ਤੱਕ ਕਿ 있는 이와 같은 ਬਹਾਨੇ ਤੇ ਵੀ 있는데 목표가 ਭਾਵੇਂ ਹੀ 사람은 애굽 ਇਜ਼ਰਾਈਲੀ ਮਿਸਰ ਤੋਂ ਬਾਹਰ ਨਿਕਲ ਆਏ, ਪਰ ਕਿਉਂਕਿ ਉਹਨਾਂ ਦੇ ਕੋਲ ਕਨਾਨ ਦੇਸ਼ ਵਿੱਚ ਪ੍ਰਵੇਸ਼ ਕਰਨ ਦਾ ਕੋਈ ਮਕਸਦ ਨਹੀਂ ਸੀ, ਇਸ ਲਈ ਉਹ ਇਸ ਤਰ੍ਹਾਂ ਜਾਂ ਉਸ ਤਰ੍ਹਾਂ ਨਾਲ ਹਰ ਰੋਜ਼ ਦੇ ਹਾਲਾਤਾਂ ਤੋਂ ਪ੍ਰਭਾਵਿਤ ਹੋਏ। 바꾸고 말이죠. ਜਦੋਂ ਉਹਨਾਂ ਨੂੰ ਖਾਣਾ ਨਹੀਂ ਮਿਲਿਆ ਤਦ ਉਹ ਲੜਖੜਾਏ, ਅਤੇ ਜਦੋਂ ਉਹਨਾਂ ਨੂੰ ਪਾਣੀ ਨਾ ਮਿਲਿਆ ਤਦ ਉਹ ਡੋਲ ਗਏ। ਪਰਮੇਸ਼ਵਰ ਸਾਨੂੰ ਮਾਂਸ ਨਹੀਂ ਦਿੰਦੇ। ਮਿਸਰ ਵਿੱਚ ਅਸੀਂ ਮੀਟ ਦੀਆਂ ਭਰੀਆਂ ਦੇ ਨੇੜੇ ਬੈਠ ਕੇ ਮਰਜ਼ੀ ਦਾ ਭੋਜਨ ਕਰਦੇ ਸੀ ਅਤੇ ਬਰੋਥ ਪੀਂਦਾ ਸੀ। ਜਦੋਂ ਕਦੀ ਉਹਨਾਂ ਨੇ ਸ਼ਿਕਾਇਤ ਦੇ ਵਚਨ ਸੁਣੇ, ਉਹਨਾਂ ਦਾ ਵਿਸ਼ਵਾਸ ਡੋਲਣ ਲੱਗਾ। 목표가 ਪਰ ਜਿਨ੍ਹਾਂ ਦਾ ਮਕਸਦ ਕਨਾਨ ਵਿੱਚ ਪ੍ਰਵੇਸ਼ ਕਰਨਾ ਸੀ, ਉਹ ਨਹੀਂ ਡੋਲੇ। 오직 하나 ਉਹ ਸਿਰਫ ਪਰਮੇਸ਼ਵਰ ਦੇ ਵਾਅਦੇ ਤੇ ਵਿਸ਼ਵਾਸ ਕਰਦੇ ਹੋਏ 예언해 주신 ਉਹਨਾਂ ਦੀ ਦਿਖਾਈ ਹੋਈ ਭਵਿੱਖਬਾਣੀ ਦੀ ਦਿਸ਼ਾ ਵਿੱਚ 방향을 잡고 ਚੱਲਦੇ ਰਹੇ। 진행하는데 ਪਰ ਜਿਨ੍ਹਾਂ ਦਾ ਕੋਈ ਮਕਸਦ ਜਾਂ ਦਿਸ਼ਾ ਨਹੀਂ ਸੀ, ਉਹ ਹਮੇਸ਼ਾ ਡੋਲੇ ਸੀ। 계시록 ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 11 ਦੇ ਨਾਲ ਜਾਰੀ ਰੱਖੀਏ। 불의를 ਜਿਹੜਾ ਕੁਧਰਮੀ ਹੈ ਉਹ ਅਗਾਂਹ ਨੂੰ ਕੁਧਰਮ ਕਰੀ ਜਾਏ, ਅਤੇ ਜਿਹੜਾ ਪਲੀਤ ਹੈ ਉਹ ਅਗਾਂਹ ਨੂੰ ਪਲੀਤ ਹੋਈ ਜਾਏ, ਅਤੇ ਜਿਹੜਾ ਧਰਮੀ ਹੈ ਉਹ ਅਗਾਂਹ ਨੂੰ ਧਰਮ ਕਰੀ ਜਾਏ, ਅਤੇ ਜਿਹੜਾ ਪਵਿੱਤਰ ਹੈ ਉਹ ਅਗਾਂਹ ਨੂੰ ਪਵਿੱਤਰ ਹੋਈ ਜਾਏ। ਵੇਖ, ਮੈਂ ਛੇਤੀ ਆਉਂਦਾ ਹਾਂ, ਅਤੇ ਫਲ ਮੇਰੇ ਕੋਲ ਹੈ। ਭਾਈ ਮੈਂ ਹਰੇਕ ਨੂੰ ਜਿਹਾ ਜਿਸ ਦਾ ਕੰਮ ਹੈ ਤਿਹਾ ਉਹਨੂੰ ਬਦਲਾ ਦਿਆਂ। 갚아주리라고 했습니다. ਪਰਮੇਸ਼ਵਰ ਨੇ ਕਿਹਾ, ਉਹ ਸਾਡੇ ਕੰਮ ਦੇ ਅਨੁਸਾਰ ਆਸ਼ੀਸ਼ ਦੇਣਗੇ। ਮੈਨੂੰ ਕੀ ਕਰਨਾ ਚਾਹੀਦਾ ਹੈ? ਗਲੋਬਲ ਮਹਾਮਾਰੀ ਦੇ ਕਰਕੇ ਮੈਂ ਕੁਝ ਵੀ ਨਹੀਂ ਕਰ ਸਕਦਾ, ਪਰ ਇਸ ਤਰ੍ਹਾਂ ਦੇ ਭਰਾ ਭੈਣਾਂ ਹਨ ਜੋ ਗਲੋਬਲ ਮਹਾਮਾਰੀ ਵਿੱਚ ਵੀ ਮਿਹਨਤ ਨਾਲ ਭਰਪੂਰ ਕੰਮ ਕਰ ਰਹੇ ਹਨ। ਇਹ ਨਤੀਜੇ ਅਲੱਗ-ਅਲੱਗ ਵਿਚਾਰਾਂ ਤੋਂ ਨਿਕਲਦੇ ਹਨ। 예전에도 ਮੇਰਾ ਮੰਨਣਾ ਹੈ ਕਿ ਮੈਂ ਇਹ ਕਹਾਣੀ ਤੁਹਾਨੂੰ ਪਹਿਲਾਂ ਸੁਣਾਈ ਹੈ। 생각되는데 그 ਨਾਈਕੀ ਕੰਪਨੀ ਨੇ 아프리카 2 ਸੇਲਸਮੈਨ ਨੂੰ ਅਫਰੀਕਾ ਭੇਜਿਆ 신발을 ਤਾਂ ਜੋ ਉਹ ਮੂਲ ਨਿਵਾਸੀ ਨੂੰ ਬੂਟ ਵੇਚ ਸਕਣ। 두 사람을 보냈습니다. 두 사람이 2 ਲੋਕਾਂ ਨੇ ਰਿਪੋਰਟ ਦਿੱਤੀ। 한 사람은 ਉਹਨਾਂ ਵਿੱਚੋਂ ਇੱਕ ਨੇ ਕਿਹਾ, ਜੇਕਰ ਅਸੀਂ ਅਫਰੀਕਾ ਵਿੱਚ ਆਪਣੇ ਬੂਟ ਵੇਚਣ ਦੀ ਕੋਸ਼ਿਸ਼ ਕਰੀਏ 많기 때문에 ਤਦ ਸਾਨੂੰ ਬਹੁਤ ਸਾਰਾ ਨੁਕਸਾਨ ਹੋਵੇਗਾ,
ਕਿਉਂਕਿ ਜ਼ਿਆਦਾਤਰ ਲੋਕ ਉੱਥੇ ਨੰਗੇ ਪੈਰ ਚੱਲਦੇ ਹਨ। 심지어 ਉੱਥੇ ਸਾਡਾ ਵਪਾਰ ਬੰਦ ਹੋ ਜਾਵੇਗਾ। ਪਰ ਦੂਸਰੇ ਵਿਅਕਤੀ ਨੇ ਅਲੱਗ ਰਿਪੋਰਟ ਦਿੱਤੀ। ਅਫਰੀਕਾ ਵਿਸ਼ਾਲ ਅਤੇ ਅੰਤਹੀਨ ਮਾਰਕੀਟ ਹੈ ਕਿਉਂਕਿ ਉਹ ਬੂਟ ਨਹੀਂ ਪਾਉਂਦੇ। 그 무궁한 ਇਸ ਲਈ ਜੇਕਰ ਉਹ ਜਾਣਨ 신발을 안 ਕਿ ਬੂਟ ਪਾ ਕੇ ਤੁਰਨ ਨਾਲ ਕਿੰਨਾ ਆਰਾਮ ਮਿਲਦਾ ਹੈ, 편하다는 ਤਦ ਉਹ ਬੂਟ ਲੈਣਾ ਚਾਹਣਗੇ। 받기만 한다면 엄청난 어떤 시장이 될 수 있을 것이다. ਉਸ ਦਾ ਵਿਚਾਰ ਦੂਸਰੇ ਵਿਅਕਤੀ ਦੇ ਵਿਚਾਰ ਤੋਂ ਅਲੱਗ ਸੀ। ਨਾਈਕੀ ਨੇ ਕਿਸ ਵਿਅਕਤੀ ਦੀ ਰਿਪੋਰਟ ਅਪਣਾਈ? ਉਹਨਾਂ ਨੇ ਉਸ ਦੀ ਰਿਪੋਰਟ ਅਪਣਾਈ ਜਿਸ ਨੇ ਕਿਹਾ ਸੀ 충분히 ਅਫਰੀਕਾ ਵਿੱਚ ਬੂਟ ਵੇਚਣ ਦੀਆਂ ਕਾਫੀ ਕੰਪਨੀਆਂ ਹਨ। 손을 들어주었습니다. 그래서 이제 ਪਹਿਲਾਂ ਤਾਂ 아프리카 사람 ਨਾਈਕੀ ਕੰਪਨੀ ਨੇ ਅਫਰੀਕੀਆਂ ਨੂੰ ਮੁਫਤ ਵਿੱਚ ਸਨੀਕਰਸ ਵੰਡਣ ਦੀ ਕੋਸ਼ਿਸ਼ ਕੀਤੀ। 으로 나눠줬습니다. ਲੋਕਾਂ ਨੇ ਉਹਨਾਂ ਬੂਟਾਂ ਨੂੰ ਪਾ ਕੇ ਦੇਖਿਆ ਕਿਉਂਕਿ ਉਹ ਮੁਫਤ ਦੇ ਸੀ। ਉਹਨਾਂ ਨੂੰ ਅਹਿਸਾਸ ਹੋਇਆ ਕਿ ਨੰਗੇ ਪੈਰ ਤੁਰਨ ਦੀ ਤੁਲਨਾ ਵਿੱਚ ਬੂਟ ਪਾ ਕੇ ਤੁਰਨ ਨਾਲ ਜ਼ਿਆਦਾ ਆਰਾਮ ਮਿਲਦਾ ਹੈ। ਉਹਨਾਂ ਦੇ ਬੂਟ ਖਰਾਬ ਹੋ ਜਾਣ ਤੋਂ ਬਾਅਦ ਉਹਨਾਂ ਨੂੰ ਨੰਗੇ ਪੈਰ ਤੁਰਨ ਨਾਲ ਆਰਾਮ ਨਹੀਂ ਮਿਲਿਆ 그래서 그 ਕਿਉਂਕਿ ਉਹ ਬੂਟ ਪਾਉਣ ਦੇ ਮਹੱਤਵ ਦਾ ਹੌਲੀ-ਹੌਲੀ ਅਹਿਸਾਸ ਕਰਨ ਲੱਗੇ। 동화의 중요성을 ਇਸ ਲਈ ਉਹਨਾਂ ਨੇ ਬੂਟ ਖਰੀਦਣਾ ਸ਼ੁਰੂ ਕਰ ਦਿੱਤਾ। 그렇게 해서 ਇਸ ਤਰ੍ਹਾਂ 나이키 회사에서 ਨਾਈਕੀ ਕੰਪਨੀ ਅਫਰੀਕਾ ਵਿੱਚ ਬਹੁਤ ਸਾਰੇ ਬੂਟ ਵੇਚ ਸਕੀ। 하게 됐답니다. 여러분 우리 ਭਰਾਵੋ ਅਤੇ ਭੈਣੋ, ਜੇਕਰ ਅਸੀਂ ਕਰੋਨਾ ਵਾਇਰਸ ਕਹੀ ਜਾਣ ਵਾਲੀ ਰੁਕਾਵਟ ਦੇ ਕਰਕੇ ਖੁਸ਼ਖਬਰੀ ਪ੍ਰਚਾਰ ਕਰਨ ਤੋਂ ਝਿਜਕਾਂਗੇ ਜਾਂ ਰੁਕ ਜਾਵਾਂਗੇ, ਤਦ ਸਾਨੂੰ ਪਵਿੱਤਰ ਆਤਮਾ ਦੇ ਤੋਹਫੇ ਨਾਲ ਪਰਮੇਸ਼ਵਰ ਤੋਂ ਮਦਦ ਨਹੀਂ ਮਿਲੇਗੀ। 군대는 ਸੈਨਾ ਤੂਰੀ ਦੇ ਸ਼ਬਦ ਤੋਂ ਅੱਗੇ ਵਧਦੀ ਹੈ, 우리 ਪਰ ਅਸੀਂ ਵਿਸ਼ਵਾਸ ਦੇ ਸੰਤਾਂ ਨੂੰ ਭਵਿੱਖਬਾਣੀ ਦੇ ਸ਼ਬਦਾਂ ਤੋਂ ਅੱਗੇ ਵਧਣਾ ਚਾਹੀਦਾ ਹੈ। 예언의 나팔 소리가 ਭਵਿੱਖਬਾਣੀ ਦੇ ਤੂਰੀ ਦੇ ਸ਼ਬਦ ਸਾਨੂੰ ਉੱਠ ਚਾਨਣ ਚਮਕਾ ਕਹਿ ਰਹੇ ਹਨ। ਇਸ ਲਈ ਸਾਨੂੰ ਭਵਿੱਖਬਾਣੀ ਦੇ ਤੂਰੀ ਦੇ ਸ਼ਬਦ ਸੁਣਨ ਤੋਂ ਬਾਅਦ ਵੀ ਚੁੱਪਚਾਪ ਬੈਠੇ ਰਹਿਣਾ ਨਹੀਂ ਚਾਹੀਦਾ। ਬੇਸ਼ੱਕ ਜਦੋਂ ਪਰਮੇਸ਼ਵਰ ਸਾਨੂੰ ਚੁੱਪ ਰਹਿਣ ਨੂੰ ਕਹਿੰਦੇ ਹਨ, ਤਦ ਸਾਨੂੰ ਚੁੱਪ ਰਹਿਣਾ ਚਾਹੀਦਾ ਹੈ। ਪਰ ਜਦੋਂ ਪਰਮੇਸ਼ਵਰ ਸਾਨੂੰ ਉੱਠਣ ਅਤੇ ਚਾਨਣ ਚਮਕਾਉਣ ਦੇ ਲਈ ਕਹਿੰਦੇ ਹਨ, ਤਦ ਸਾਨੂੰ ਪਰਮੇਸ਼ਵਰ ਦੇ ਇਸ਼ਾਰੇ ਦੇ ਅਨੁਸਾਰ ਚੱਲਣਾ ਚਾਹੀਦਾ ਹੈ। ਦੇਖੋ ਗਿਦੋਨ ਦੇ ਯੋਧੇ ਕਿਵੇਂ ਜਿੱਤ ਸਕੇ। ਜਦੋਂ ਉਹਨਾਂ ਨੂੰ ਘੜੇ ਦੇ ਅੰਦਰ ਮਸ਼ਾਲ ਰੱਖਣ ਨੂੰ ਕਿਹਾ ਗਿਆ, ਤਦ ਉਹ ਚੁੱਪ ਰਹੇ। 그러나 이제는 ਪਰ ਜਦੋਂ ਉਹਨਾਂ ਨੂੰ ਘੜਿਆਂ ਨੂੰ ਤੋੜ ਕੇ ਮਸ਼ਾਲਾ ਚੁੱਕਣ ਦੇ ਲਈ ਕਿਹਾ ਗਿਆ, ਤਦ ਕੀ ਇਸ ਹੁਕਮ ਦੇ ਅਨੁਸਾਰ ਉਹ ਇਕੱਠੇ ਅੱਗੇ ਨਹੀਂ ਵਧੇ? 코로나라는 ਆਓ ਅਸੀਂ ਕਰੋਨਾ ਵਾਇਰਸ ਨੂੰ 핑계 삼아서 ਬਹਾਨੇ ਦੇ ਰੂਪ ਵਿੱਚ ਲੈ ਕੇ 이 속에 ਕੁਝ ਵੀ ਨਾ ਕਰਨ ਦੇ ਬਦਲੇ ਭਵਿੱਖਬਾਣੀ ਦੇ ਦੁਆਰਾ ਪਰਮੇਸ਼ਵਰ ਦੀ ਇੱਛਾ ਨੂੰ ਸਮਝੀਏ 얼마든지 ਕਿ ਪਰਮੇਸ਼ਵਰ ਨੇ ਸਾਨੂੰ ਬਹੁਤ ਸਾਰੀਆਂ ਸੁਵਿਧਾਵਾਂ ਨਹੀਂ ਦਿੱਤੀਆਂ ਹਨ। 컴퓨터 ਪਰਮੇਸ਼ਵਰ ਨੇ ਸਾਨੂੰ ਕੰਪਿਊਟਰ ਅਤੇ ਮੋਬਾਈਲ ਫੋਨ ਦਿੱਤੇ ਹਨ। 직접 ਭਾਵੇਂ ਹੀ ਅਸੀਂ ਲੋਕਾਂ ਨਾਲ ਆਮੋ ਸਾਹਮਣੇ ਨਹੀਂ ਮਿਲ ਸਕਦੇ, ਪਰ ਸਾਡੇ ਕੋਲ ਉਹਨਾਂ ਨੂੰ ਪ੍ਰਚਾਰ ਕਰਨ ਦੇ ਲਈ ਬਹੁਤ ਸਾਰੇ ਤਰੀਕੇ ਹਨ। ਇਸ ਲਈ ਆਓ ਅਸੀਂ ਭਵਿੱਖਬਾਣੀ ਦੀ ਤੂਰੀ ਦੇ ਸ਼ਬਦ ਦੇ ਅਨੁਸਾਰ ਅੱਗੇ ਵਧੀਏ। ਭਵਿੱਖਬਾਣੀ ਕੀਤੀ ਗਈ ਹੈ ਕਿ ਸਾਨੂੰ ਸਾਰੇ ਦੇਸ਼ਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ ਅਤੇ ਇਹ ਖੁਸ਼ਖਬਰੀ ਸਾਮਰੀਆ ਵਿੱਚ ਅਤੇ ਧਰਤੀ ਦੀ ਹੱਦ ਤੱਕ ਪ੍ਰਚਾਰ ਕੀਤੀ ਜਾਵੇਗੀ। ਭਵਿੱਖਬਾਣੀ ਕੀਤੀ ਗਈ ਹੈ ਕਿ ਜੋ ਖੁਸ਼ਖਬਰੀ ਅਸੀਂ ਪ੍ਰਚਾਰ ਕਰਦੇ ਹਾਂ, ਉਹ ਪੂਰੀ ਦੁਨੀਆ ਤੱਕ ਪਹੁੰਚੇਗੀ। ਇਹ ਦਿਖਾਉਂਦਾ ਹੈ ਕਿ ਪਰਮੇਸ਼ਰ ਨੇ ਪੂਰੀ ਦੁਨੀਆ ਵਿੱਚ ਖੁਸ਼ਖਬਰੀ ਦੀ ਪੂਰਤੀ ਦੇ ਲਈ ਦਰਵਾਜ਼ਾ ਖੋਲ੍ਹ ਦਿੱਤਾ ਹੈ। ਇਹ ਆਸ ਕਰਦੇ ਹੋਏ ਕਿ ਤੁਸੀਂ ਭਵਿੱਖਬਾਣੀਆਂ ਤੇ ਵਿਸ਼ਵਾਸ ਕਰੋਗੇ ਅਤੇ ਬਹੁਤ ਸਾਰੀਆਂ ਆਤਮਾਵਾਂ ਨੂੰ ਧਰਮੀ ਬਣਾਓਗੇ। ਇਸ ਦੇ ਦੁਆਰਾ ਮੈਂ ਅੱਜ ਦੇ ਉਪਦੇਸ਼ ਨੂੰ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।